Good morning, students. So, students, today we are going to discuss the next topic of the Indian Contract Act, that is acceptance. In the previous lecture, we have already discussed about the offer, its legal rules regarding the offer. So, in the same way, in today's lecture, we will discuss about the acceptance. So, what do you mean by acceptance? Acceptance means when a person to whom an offer is made signifies his assent thereto the proposal is said to be accepted as per section 2 subsection B. So ਬੱਚੇ ਜਦੋਂ ਆਫਰ ਜਿਹੜਾ ਵਾ ਉਹ ਕੀਤਾ ਜਾਂਦਾ ਹੈ ਮਤਲਬ ਆਫਰ ਕੀਤਾ ਗਿਆ ਹੈ ਆਫਰ ਵੱਲੋਂ ਐਂਡ ਇਟ ਇਜ਼ ਅਸੈਪਟਡ ਬਾਈ ਦ ਆਫਰੀ ਟੂ whom the offer is made ਜਦੋਂ ਉਹ ਆਪਣੀ ਕੰਸੈਂਟ ਦੇ ਦੇਗਾ ਉਹਨੂੰ ਉਹਦਾ ਆਫਰ ਜਿਹੜਾ ਪਸੰਦ ਹੈ ਉਹਨੂੰ ਅਸੀਂ ਕਹਾਂਗੇ acceptance. So proposal when accepted become promise. ਜਦੋਂ ਇੱਕ ਪ੍ਰਪੋਜ਼ਲ ਨੂੰ ਆਫਰ ਜਿਹੜਾ ਹੈਗਾ ਵਾ ਉਹਨੂੰ ਅਸੈਪਟ ਕਰ ਲਿਆ ਜਾਂਦਾ ਹੈ ਉਹਨੂੰ ਅਸੀਂ ਕਹਿ ਦਿੰਦੇ ਹਾਂ ਉਹ ਪ੍ਰੋਮਿਸ ਬਣ ਜਾਂਦਾ ਹੈ. An offer can be accepted only by the person or the persons to whom the offer is made. acceptance ਜਿਹੜੀ ਹੋਊਗੀ ਪਰਸਨ ਦੇ ਸਕੇਗਾ ਜਿਹੜਾ ਕੀ ਆ ਜਿਹਨੂੰ ਕੀ ਆ ਉਹ ਆਫਰ ਦਿੱਤਾ ਗਿਆ ਇਨ ਦ ਕੇਸ ਆਫ in the case ਜਦੋਂ ਕਿ ਆਫਰ ਸਿਰਫ ਇੱਕ ਪਰਸਨ ਨੂੰ ਦਿੱਤਾ ਗਿਆ ਬਟ ਅਗਰ ਇਨਵੀਟੇਸ਼ਨ ਟੂ ਆਫਰ ਇਟ ਮੀਨਸ that is not the offer actually but ਉਹ ਇੱਕ ਓਪਨ ਇਨਵੀਟੇਸ਼ਨ ਹੈ to all the persons who wants to have that product. Clear? ਸੋ ਅਗਰ ਕਲਾਸ ਆਫ ਪਰਸਨਸ ਨੂੰ ਅਗਰ ਨੰਬਰ ਆਫ ਪਰਸਨਸ ਨੂੰ ਦਿੱਤਾ ਗਿਆ ਹੈ ਦੈਨ ਉਹ ਪਰਸਨਸ ਜਿਹੜੇ ਆਫਰ ਨੂੰ ਅਸੈਪਟੈਂਸ ਆਪਣੀ ਦੇ ਸਕਦੇ ਨੇ ਅਗਰ ਇੱਕ ਪਰਟੀਕੂਲਰ ਪਰਸਨ ਨੂੰ ਦਿੱਤਾ ਗਿਆ ਹੈ ਉਹ ਆਫਰ ਤਾਂ ਉਹ ਪਰਸਨ ਹੀ ਜਿਹੜਾ ਉਹਨੂੰ ਅਸੈਪਟ ਕਰ ਪਾਏਗਾ. ਨੈਕਸਟ ਹੈ ਇਸੈਂਸ਼ੀਅਲਸ ਆਫ ਅ ਵੈਲਿਡ ਅਸੈਪਟੈਂਸ. ਸੋ ਜਿੱਦਾਂ ਕਿ ਅਸੀਂ ਆਫਰ ਦੇ ਕੇਸ ਵਿੱਚ ਵੀ ਕੀਤਾ ਹੈ ਉਸੇ ਤਰ੍ਹਾਂ ਹੀ ਕੁਝ ਇਸੈਂਸ਼ੀਅਲ ਐਲੀਮੈਂਟਸ ਨੇ ਇਨ ਦ ਕੇਸ ਆਫ ਅਸੈਪਟੈਂਸ ਆਲਸੋ. ਸੋ ਅਸੈਪਟੈਂਸ ਮਸਟ ਬੀ ਐਬਸੋਲਿਊਟ ਐਂਡ unqualified. In order to be effective, there must be an absolute and unqualified acceptance of all the terms of the offer. Qualified acceptance would amount to rejection of the offer. Acceptance ਜਿਹੜੀ ਹੋਣੀ ਚਾਹੀਦੀ ਉਹ ਐਬਸੋਲਿਊਟ ਹੋਣੀ ਚਾਹੀਦੀ ਹੈ. ਕੋਈ ਵੀ ਆਫਰ ਜਿਹੜਾ ਦਿੱਤਾ ਗਿਆ ਉਹਨੂੰ ਉਸੇ ਤਰੀਕੇ ਨਾਲ ਉਸੇ ਟਰਮਸ ਐਂਡ ਕੰਡੀਸ਼ਨਸ ਵਿੱਚ ਹੀ ਅਸੀਂ ਜਿਹੜਾ ਵਾ ਉਹਨੂੰ ਅਸੈਪਟ ਕਰਨਾ ਵਾ ਨਾ ਕਿ ਅਸੀਂ ਕੋਈ ਆਪਣੀ ਕੰਡੀਸ਼ਨ ਲਗਾਉਣੀ ਹੈ. Clear? Like अगर दो persons ने X और Y, X wants to sell his Activa to the Y, okay? मतलब X ਜਿਹੜਾ ਆਪਣੀ ਐਕਟਿਵਾ ਸੇਲ ਕਰਨਾ ਚਾਹੁੰਦਾ Y ਨੂੰ Y ਨੇ ਐਕਸੈਪਟ ਕੀਤਾ ਬਟ ਉਹਨੇ ਇਹ ਕਿਹਾ ਕਿ ਮੈਂ ਇਹਦਾ ਜਿਹੜਾ ਅਮਾਊਂਟ ਹੈਗਾ ਉਹ ਇੰਸਟਾਲਮੈਂਟਸ ਵਿੱਚ ਪੇ ਕਰਨਾ. ਸੋ ਇਸ ਕੇਸ ਵਿੱਚ ਜਿਹੜਾ ਵਾ X ਨੇ ਉਹਨੂੰ ਕੈਸ਼ ਪੇਮੈਂਟ 'ਤੇ ਕਿਹਾ ਸੀ Y ਨੇ ਉਹਨੂੰ ਅਨਦਰ ਆਫਰ ਦੇ ਦਿੱਤਾ ਹੈ ਮਤਲਬ ਕਾਊਂਟਰ ਆਫਰ ਕਰ ਦਿੱਤਾ ਹੈ ਕਿ ਨਹੀਂ ਮੈਂ ਇਹਨੂੰ ਇੰਸਟਾਲਮੈਂਟਸ ਵਿੱਚ ਇਹਦੀ ਪੇਮੈਂਟ ਕਰਾਂ. ਸੋ ਇਸ ਕੇਸ ਵਿੱਚ ਅਸੀਂ ਅਸੈਪਟੈਂਸ ਜਿਹੜੀ ਆ ਨਹੀਂ ਮੰਨਾਂਗੇ ਕਿਉਂਕਿ ਐਕਸ ਦੀਆਂ ਕੰਡੀਸ਼ਨਸ ਟਰਮਸ ਐਂਡ ਕੰਡੀਸ਼ਨਸ ਕੁਛ ਹੋਰ ਸੀ ਉਸ ਆਫਰ ਨੂੰ ਲੈ ਕੇ ਜਦੋਂ ਕਿ ਜਿੱਦਾਂ ਉਹਨੂੰ ਅਸੈਪਟ ਕੀਤਾ ਗਿਆ ਵਾਈ ਵੱਲੋਂ ਉਹ ਕਿਸੇ ਹੋਰ ਟਰਮਸ ਐਂਡ ਕੰਡੀਸ਼ਨਸ ਵਿੱਚ ਜਿਹੜਾ ਵਾ ਅਸੈਪਟ ਕੀਤਾ ਗਿਆ. ਨੈਕਸਟ ਹੈ ਆਫਰ ਮਸਟ ਬੀ ਅਸੈਪਟੈਂਸ ਮਸਟ ਬੀ ਕਮਿਊਨੀਕੇਟਡ. ਅਗਰ ਇੱਕ ਪਰਸਨ ਨੇ ਅਸੈਪਟੈਂਸ ਜਿਹੜੀ ਆ ਆਫਰ ਜਿਹੜਾ ਵਾ ਅਸੈਪਟ ਕਰ ਲਿਆ ਵਾ ਅਤੇ ਅਸੈਪਟੈਂਸ ਨੂੰ ਉਹਨੇ ਕਮਿਊਨੀਕੇਟ ਵੀ ਕਰਨਾ. ਲਾਈਕ ਇਨ ਦਾ ਜਿਹੜਾ ਅਸੀਂ ਐਗਜ਼ਾਮਪਲ ਦੀ ਗੱਲ ਕਰ ਰਹੇ ਹਾਂ ਐਕਸ ਵੱਲੋਂ ਜਿਹੜਾ ਵਾ ਆਫਰ ਕੀਤਾ ਗਿਆ ਵਾਈ ਨੂੰ ਕਿ ਉਹ ਆਪਣੀ ਐਕਟਿਵਾ ਜਿਹੜੀ ਸੇਲ ਕਰੇਗਾ. ਵਾਈ ਨੂੰ ਅਸੈਪਟ ਹੈ ਕਿ ਉਹ ਪਰਚੇਜ਼ ਕਰੇਗਾ ਬਟ ਉਹਨੇ ਅਸੈਪਟੈਂਸ ਜਿਹੜੀ ਆ ਉਹਨੂੰ ਕਮਿਊਨੀਕੇਟ ਨਹੀਂ ਕੀਤਾ. ਲਾਈਕ ਉਹਨੇ ਐਕਸ ਨੂੰ ਇਹ ਨਹੀਂ ਦੱਸਿਆ ਕਿ ਆਈ ਐਮ ਰੈਡੀ ਟੂ ਮੇਕ ਦਾ ਪਰਚੇਜ਼. ਸੋ ਅਗਰ ਅਸੈਪਟੈਂਸ ਜਿਹੜੀ ਆ ਉਹ ਕਮਿਊਨੀਕੇਟ ਨਹੀਂ ਆ ਤਾਂ ਉਸ ਕੇਸ ਵਿੱਚ ਉਹਨੂੰ ਅਸੈਪਟੈਂਸ ਨਹੀਂ ਮੰਨਿਆ ਜਾਏਗਾ. For an acceptance to be valid, it must not only be made by the offeree but must also be communicated by or with the authority of the offeree to the offeree. So acceptance ਜਿਹੜੀ ਆ ਉਹਨੂੰ ਸਾਨੂੰ ਕਮਿਊਨੀਕੇਟ ਪੱਕਾ ਕਰਨਾ ਪਏਗਾ. ਅਗਰ ਅਸੀਂ ਚੁੱਪ ਰਹਿੰਦੇ ਹਾਂ ਸਾਇਲੈਂਸ ਕੈਨੋਟ ਬੀ ਕੌਨਸਟੀਟਿਊਟਡ ਐਜ਼ ਅਸੈਪਟੈਂਸ. ਕਿਸੇ ਪਰਸਨ ਵੱਲੋਂ ਅਸੈਪਟੈਂਸ ਹੋਣ ਦੇ ਬਾਵਜੂਦ ਵੀ ਅਗਰ ਉਹ ਚੁੱਪ ਰਹਿੰਦਾ ਹੈ ਅਗਰ ਉਹ ਸਾਇਲੈਂਟ ਰਹਿੰਦਾ ਹੈ ਰਿਗਾਰਡਿੰਗ ਦਾ ਆਫਰ ਇਟ ਮੀਨਸ ਉਸ ਕੇਸ ਵਿੱਚ ਉਹਨੂੰ ਅਸੈਪਟੈਂਸ ਅਸੀਂ ਨਹੀਂ ਮੰਨਣਾ. ਕਲੀਅਰ? ਨੈਕਸਟ ਹੈ acceptance must be in a prescribed or reasonable mode. It should be in a prescribed or reasonable mode. The usual modes of communication are by words spoken or written or by the conduct.
ਅਸੈਪਟੈਂਸ ਕਿਸੇ ਪਰਸਨ ਦੀ ਅਸੀਂ ਕਿੱਦਾਂ ਕਿੱਦਾਂ ਦੇਖ ਸਕਦੇ ਆ, ਜਾਂ ਤਾਂ ਉਹ ਰਿਟਨ 'ਚ ਦੇਗਾ, ਜਾਂ ਉਹ ਸਾਨੂੰ ਕਮਿਊਨੀਕੇਟ ਕਰੇਗਾ ਬਾਏ ਔਰਲੀ ਉਹ ਸਾਨੂੰ ਦੱਸੇਗਾ, ਪਲੱਸ ਇੱਕ ਹੋ ਸਕਦਾ ਵਾ ਕਿ ਇੰਪਲਾਈਡ ਅਸੈਪਟੈਂਸ ਹੋਵੇ, ਉਹਦੇ ਕੰਡਕਟ ਉਹਦੇ ਬਿਹੇਵੀਅਰ ਤੋਂ ਸਾਨੂੰ ਲੱਗੇ ਕਿ ਹਾਂ ਉਸ ਪਰਸਨ ਨੇ ਜਿਹੜਾ ਵਾ ਸਾਡਾ ਆਫਰ ਜਿਹੜਾ ਵਾ ਅਸੈਪਟ ਕਰ ਲਿਆ। ਲਾਈਕ ਅਗਰ ਇਸ ਕੇਸ ਵਿੱਚ ਜਿਹੜੀ ਐਗਜ਼ਾਮਪਲ ਅਸੀਂ ਕੰਟੀਨਿਊ ਕਰ ਰਹੇ ਹਾਂ, ਐਕਸ ਤੇ ਵਾਈ ਹੈ, ਠੀਕ ਹੈ। ਐਕਸ ਵੱਲੋਂ ਆਪਣੀ ਐਕਟਿਵਾ ਜਿਹੜੀ ਹੈ ਉਹਨੂੰ ਵਾਈ ਨੂੰ ਉਹਦੇ ਪੇਪਰਸ ਵਗੈਰਾ ਟ੍ਰਾਂਸਫਰ ਕਰ ਦਿੱਤੇ ਗਏ ਨੇ। ਸਿਮਿਲਰਲੀ ਵਾਈ ਵੱਲੋਂ ਜਿਹੜਾ ਵਾ ਉਹ ਉਹਨਾਂ ਪੇਪਰਸ ਦੇ ਉੱਪਰ ਜਿਹੜਾ ਵਾ ਸਾਈਨ ਕਰ ਦਿੱਤਾ ਗਿਆ, ਠੀਕ ਹੈ। ਜਾਂ ਫਿਰ ਉਹਨੇ ਉਹ ਐਕਟਿਵਾ ਜਿਹੜੀ ਆਪਣੇ ਕੋਲ ਰੱਖ ਲਈ ਹੋਈ ਹੈ। ਇਹਦਾ ਮਤਲਬ ਭਾਵੇਂ ਉਹਨੇ ਹਾਲੇ ਪੇਮੈਂਟ ਨਹੀਂ ਕੀਤੀ, ਬਟ ਅਗਰ ਉਹਨੂੰ ਯੂਜ਼ ਕਰਨਾ ਸਟਾਰਟ ਕਰੇ ਇਟ ਮੀਨਸ ਉਹਨੇ ਕੀ ਆ ਅਸੈਪਟ ਕਰ ਲਿਆ। ਅਸੈਪਟੈਂਸ ਉਹਦੀ ਕਿਉਂਕਿ ਉਹਦੇ ਕੰਡਕਟ ਤੋਂ ਪਤਾ ਲੱਗ ਰਿਹਾ। ਕਲੀਅਰ। ਨੈਕਸਟ ਹੈ ਅਸੈਪਟੈਂਸ must be given within a reasonable time before the offer lapses। offer lapses मतलब ਜਦੋਂ ਟਾਈਮ ਦੇ ਵਿਦਿਨ ਕਰਨਾ, ਅਗਰ ਟਾਈਮ ਖਤਮ ਹੋ ਗਿਆ ਉਸ ਆਫਰ ਨੂੰ ਅਸੈਪਟ ਕਰਨ ਦਾ, ਤੇ ਉਸ ਕੇਸ ਵਿੱਚ ਜਿਹੜਾ ਵਾ ਉਹ ਅਸੈਪਟੈਂਸ ਜਿਹੜੀ ਆ ਨਹੀਂ ਮੰਨੀ ਜਾਏਗੀ। ਲਾਈਕ ਅਗਰ ਕਿਸੇ ਸ਼ੌਪਕੀਪਰ ਨੇ ਆਪਣੀ ਸ਼ੌਪ ਦੇ ਬਾਹਰ ਇਹ ਲਗਾਇਆ ਕਿ ਉਹ ਅਗਲੇ ਨੈਕਸਟ 3 ਡੇਜ਼ ਜਿਹੜਾ ਵਾ ਉਹ ਆਪਣੀ ਸ਼ੌਪ ਦਾ ਕੋਈ ਵੀ ਪ੍ਰੋਡਕਟ ਜਿਹੜਾ ਵਾ ਉਹ 50% ਡਿਸਕਾਊਂਟ 'ਤੇ ਜਿਹੜਾ ਵਾ ਸੇਲ ਕਰੇਗਾ, ਠੀਕ ਹੈ। ਅਗਲੇ 3 ਡੇਜ਼ ਨੈਕਸਟ ਜਿਹੜੇ 3 ਡੇਜ਼ ਨੇ ਉਹ ਸ਼ੌਪਕੀਪਰ ਆਫਰ ਦੇ ਰਿਹਾ ਹੈ ਓਪਨਲੀ ਟੂ ਦਾ ਜਨਰਲ ਪਬਲਿਕ, ਓਪਨਲੀ। ਇਹਦਾ ਮਤਲਬ ਕੋਈ ਵੀ ਉਹਨੂੰ ਅਸੈਪਟ ਕਰ ਸਕਦਾ ਕਿ ਅਗਲੇ ਨੈਕਸਟ 3 ਡੇਜ਼ ਜਿਹੜੇ ਆ ਉਹ 50% ਡਿਸਕਾਊਂਟ 'ਤੇ ਕੋਈ ਵੀ ਪ੍ਰੋਡਕਟ ਆਪਣੀ ਸ਼ੌਪ ਦਾ ਜਿਹੜਾ ਵਾ ਉਹ ਸੇਲ ਕਰੇਗਾ। ਕਲੀਅਰ। ਹੁਣ 3 ਡੇਜ਼ ਅਗਰ ਪਾਸ ਹੋ ਜਾਂਦੇ ਆ, ਇਟ ਮੀਨਸ 3 ਡੇਜ਼ ਤੋਂ ਬਾਅਦ ਉਹ ਆਫਰ ਨਹੀਂ ਹੈ, 3 ਡੇਜ਼ ਤੋਂ ਬਾਅਦ ਉਹ ਆਫਰ ਲੈਪਸ ਹੋ ਗਿਆ। ਅਗਰ ਕੋਈ ਪਰਸਨ ਅਪਰੋਚ ਕਰਦਾ ਹੈ, ਅਗਰ ਕੋਈ ਪਰਸਨ ਅਪਰੋਚ ਕਰਦਾ ਹੈ ਅਤੇ ਉਹ ਉਹਨੂੰ ਕਹਿ ਰਿਹਾ ਵਾ ਕਿ ਮੈਂ ਜਿਹੜਾ 50% 'ਤੇ ਹੀ ਜਿਹੜਾ ਵਾ ਇਸ ਪ੍ਰੋਡਕਟ ਨੂੰ ਖਰੀਦੇਗਾ, ਉਸ ਕੇਸ ਵਿੱਚ ਉਹਦੀ ਅਸੈਪਟੈਂਸ ਨਹੀਂ ਮੰਨੀ ਜਾਏਗੀ ਬਿਕੋਜ਼ ਕਿਉਂਕਿ ਉਹ 3 ਡੇਜ਼ ਜਿਹੜੇ ਨੇ ਉਹ ਲੈਪਸ ਹੋ ਚੁੱਕੇ ਨੇ, ਟਾਈਮ ਜਿਹੜਾ ਲੈਪਸ ਹੋ ਚੁੱਕਿਆ, ਟਾਈਮ ਦੀ ਲੈਪਸ ਹੋਣ ਕਰਕੇ ਜਿਹੜਾ ਵਾ ਹੁਣ ਉਹ ਆਫਰ ਜਿਹੜਾ ਐਗਜ਼ਿਸਟ ਨਹੀਂ ਕਰ ਰਿਹਾ। Clear? So acceptance must be given within a reasonable time and before the offer lapses. Clear? Next है acceptance cannot precede an offer. Acceptance ਜਿਹੜੀ ਆ ਅਸੀਂ after making ourselves agreed upon all the terms and conditions ਜਿਹੜੀ ਆ ਅਸੀਂ acceptance ਦੇਣੀ ਆ, ਨਾ ਕਿ ਅਸੀਂ ਕੋਈ ਕਾਊਂਟਰ ਆਫਰ ਦੇਣਾ। ਲਾਈਕ ਐਕਸ ਅਤੇ ਵਾਈ ਦੇ ਕੇਸ ਵਿੱਚ ਐਕਸ ਨੇ ਉਹ ਜਿਹੜਾ ਆਪਣੀ ਐਕਟਿਵਾ ਸੇਲ ਕਰਨੀ ਸੀ ਉਸ ਕੈਸ਼ ਬੇਸਿਸ 'ਤੇ ਕਰਨੀ ਸੀ, ਬਟ ਵਾਈ ਉਹਨੂੰ ਕੀ ਕਹਿ ਰਿਹਾ ਹੈ, ਆਈ ਐਮ ਰੈਡੀ ਟੂ ਮੇਕ ਦ ਪਰਚੇਜ਼ ਆਫ ਯੋਰ ਐਕਟਿਵਾ ਬਟ ਆਈ ਵਿਲ ਮੇਕ ਦ ਪੇਮੈਂਟ ਆਫ ਦ ਪ੍ਰਾਈਸ ਇਨ ਦ ਇੰਸਟਾਲਮੈਂਟਸ। ਓਕੇ, ਇਟ ਮੀਨਸ ਉਹ ਕੈਸ਼ ਬੇਸਿਸ 'ਤੇ ਉਸੇ ਵੇਲੇ ਕਹਿ ਰਿਹਾ ਐਕਸ, ਬਟ ਵਾਈ ਉਹਨੂੰ ਕਾਊਂਟਰ ਆਫਰ ਕੀ ਦੇ ਰਿਹਾ, ਉਹਦੇ ਬਦਲੇ ਉਹਨੇ ਆਫਰ ਕੀ ਕਰਤਾ ਕਿ ਮੈਂ ਤੁਹਾਨੂੰ ਕੀ ਆ ਇੰਸਟਾਲਮੈਂਟ ਵਿੱਚ ਜਿਹੜਾ ਵਾ ਪੇਮੈਂਟ ਕਰੂੰਗਾ। ਸੋ ਅਸੈਪਟੈਂਸ ਇਹਨੂੰ ਨਹੀਂ ਮੰਨਿਆ ਜਾਏਗਾ। ਕਿਉਂ ਅਸੈਪਟੈਂਸ ਨਹੀਂ ਮੰਨਿਆ ਜਾਏਗਾ? ਕਿਉਂਕਿ ਉਹ ਉਹਦੇ ਬਦਲੇ ਉਹਨੂੰ ਕਾਊਂਟਰ ਆਫਰ ਕਰ ਰਿਹਾ ਕਿ ਆਈ ਐਮ ਰੈਡੀ ਇਫ ਯੂ ਆਰ ਰੈਡੀ ਟੂ ਗੈਟ ਦ ਪੇਮੈਂਟ ਇਨ ਦ ਇੰਸਟਾਲਮੈਂਟਸ। ਕਲੀਅਰ। ਸੋ ਅਸੈਪਟੈਂਸ ਕੈਨੋਟ ਪ੍ਰੋਸੀਡ ਐਨ ਆਫਰ। ਅਸੈਪਟੈਂਸ ਅਸੀਂ ਜਿਹੜੀ ਆਫਟਰ ਐਗਰੀਡ ਸਾਰੀਆਂ ਟਰਮਸ ਐਂਡ ਕੰਡੀਸ਼ਨਸ ਨੂੰ, ਲਾਈਕ ਅਗਰ ਉਹ ਐਕਸ ਕੈਸ਼ ਬੇਸਿਸ 'ਤੇ ਰਿਸੀਵ ਕਰਨਾ ਚਾਹੁੰਦਾ ਸੀ, ਵਾਈ ਉਹਨੂੰ ਕੈਸ਼ ਬੇਸਿਸ 'ਤੇ ਹੀ ਪੇਮੈਂਟ ਕਰ ਰਿਹਾ, ਦੈਨ ਇਟ ਇਜ਼ ਗੁੱਡ, ਇਟ ਇਜ਼ ਵੈਰੀ ਗੁੱਡ ਬਿਕੋਜ਼ ਟਰਮਸ ਐਂਡ ਕੰਡੀਸ਼ਨਸ ਜਿਹੜੀਆਂ ਇੱਕ ਪਰਸਨ ਨੇ ਜੋ ਦਿੱਤੀਆਂ ਵਾ, ਠੀਕ ਆ, ਆਫਰ ਵਿੱਚ ਅਸੈਪਟੈਂਸ ਵੀ ਉਹਨਾਂ ਟਰਮਸ ਐਂਡ ਕੰਡੀਸ਼ਨਸ ਵਿੱਚ ਹੀ ਹੋ ਰਹੀ ਹੈ। ਬਟ ਅਗਰ ਉਹ ਉਹਨੂੰ ਦੂਜੀ ਤਰ੍ਹਾਂ ਜਿਹੜਾ ਵਾ ਉਹ ਆਫਰ ਦੇ ਰਿਹਾ, ਕਾਊਂਟਰ ਆਫਰ ਦੇ ਰਿਹਾ, ਇਨ ਦੈਟ ਕੇਸ ਦੈਟ ਅਸੈਪਟੈਂਸ ਇਜ਼ ਨੋਟ ਵੈਲਿਡ। ਕਲੀਅਰ। ਨੈਕਸਟ ਪੁਆਇੰਟ ਹੈ ਅਸੈਪਟੈਂਸ ਮਸਟ ਬੀ ਗਿਵਨ ਓਨਲੀ ਬਾਏ ਦ ਪਰਸਨ ਟੂ ਹੋਮ ਦ ਆਫਰ ਇਜ਼ ਮੇਡ। ਸਿੰਪਲ, ਲਾਈਕ ਜਿਸ ਪਰਸਨ ਨੂੰ ਆਫਰ ਕੀਤਾ ਗਿਆ ਉਹ ਪਰਸਨ ਹੀ ਅਸੈਪਟੈਂਸ ਦੇ ਸਕਦਾ ਹੈ, ਉਹ ਤੋਂ ਇਲਾਵਾ ਕੋਈ ਹੋਰ ਪਰਸਨ ਜਿਹੜਾ ਅਸੈਪਟੈਂਸ ਨਹੀਂ ਦੇ ਸਕਦਾ। ਨੈਕਸਟ, ਰਿਜੈਕਟਡ ਆਫਰ ਕੈਨ ਬੀ ਅਸੈਪਟਡ ਓਨਲੀ ਔਨ ਰਿਨਿਊਅਲ। ਜਿਹੜੇ ਆਫਰ ਜਿਹੜੇ ਆ ਰਿਜੈਕਟ ਹੋ ਚੁੱਕੇ ਨੇ, ਠੀਕ ਹੈ, ਕੋਈ ਆਫਰ ਦਿੱਤਾ ਗਿਆ ਉਹਨੂੰ ਰਿਜੈਕਟ ਕਰ ਦਿੱਤਾ ਗਿਆ, ਜਿਹੜੇ ਆਫਰ ਜਿਹੜੇ ਰਿਜੈਕਟ ਹੋ ਚੁੱਕੇ ਨੇ ਅਗਰ ਅਸੀਂ ਉਹਨਾਂ ਨੂੰ ਚਾਹੁੰਦੇ ਹਾਂ ਕਿ ਹਾਂ ਅਸੀਂ ਉਹਨਾਂ ਦੀ ਅਸੈਪਟੈਂਸ ਹੁਣ ਲੈਣਾ ਚਾਹੁੰਦੇ ਹਾਂ, ਠੀਕ ਹੈ, ਅਸੀਂ ਚਾਹੁੰਦੇ ਹਾਂ ਕਿ ਅਸੀਂ ਫਿਰ ਉਹਨਾਂ ਨੂੰ ਵੀ ਆਰ ਰੈਡੀ, ਅਤੇ ਸਾਨੂੰ ਉਹਨਾਂ ਆਫਰ ਨੂੰ ਪਹਿਲਾਂ ਰਿਨਿਊ ਕਰਵਾਉਣਾ ਪਊਗਾ ਕਿ ਉਹ ਆਫਰ ਹਾਲੇ ਵੀ ਅਵੇਲੇਬਲ ਹੈ ਜਾਂ ਨਹੀਂ।
ਪਹਿਲਾਂ ਉਹਨਾਂ ਦੀ ਰਿਨਿਊਅਲ ਹੋਏਗੀ। ਰਿਨਿਊਅਲ ਮਤਲਬ ਫਿਰ ਉਹਨਾਂ ਨੂੰ ਆਫਰ ਜਿਹੜਾ ਵਾ ਉਹ ਸ਼ੁਰੂ ਤੋਂ ਜਿਹੜਾ ਉਹਦੀਆਂ ਸਾਰੀਆਂ ਟਰਮਸ ਐਂਡ ਕੰਡੀਸ਼ਨਸ ਜਿਹੜੀਆਂ ਵਾ ਲਿਖਣੀਆਂ ਪੈਣਗੀਆਂ। ਟਰਮਸ ਐਂਡ ਕੰਡੀਸ਼ਨਸ ਦੇ ਨੂੰ ਦੇਖਣਾ ਪਏਗਾ, ਫਿਰ ਹੀ ਉਹ ਜਿਹੜਾ ਅਸੈਪਟੈਂਸ ਜਿਹੜੀ ਆ ਉੱਤੇ ਦਿੱਤੀ ਜਾ ਸਕਦੀ ਹੈ। ਕਲੀਅਰ? ਸੋ ਰਿਜੈਕਟਡ ਆਫਰ can be accepted only on renewal. Offer once rejected cannot be accepted again unless a fresh offer is made. Fresh offer किया जाएगा ਤਾਂ ਹੀ ਜਿਹੜਾ ਵਾ ਉਹ acceptance ਜਿਹੜੀ ਆ ਫਿਰ ਦਿੱਤੀ ਜਾ ਸਕੇਗੀ। ਨੈਕਸਟ ਪੁਆਇੰਟ ਹੈ ਬੱਚੇ revocation of acceptance. revocation मतलब करना, रद्द करना। Under the English law acceptance is revocable, whereas under the Indian law acceptance is irrevocable. इंग्लिश लॉ के अकॉर्डिंग ही आ जी acceptance है इनू असी रद्द कर सकते हैं, बट इंडियन लॉ के अकॉर्डिंग जी आ वो acceptance जी है irrevocable आ, लाइक उन्होंने असी जड़ा वा उन्होंने रद्द नहीं कर सकते। नेक्स्ट पॉइंट है acceptance to give an acceptance is not an acceptance. acceptance to give an acceptance is not an acceptance। like एक्स ਤੇ वाई का केस ਅਸੀਂ ਲੈ ਰਹੇ ਹਾਂ। एक्स ਵੱਲੋਂ ऑफर किया गया टू सैल द एक्टिवा टू वाई कह रहा है कि मैं अपनी एक्सेप्टेंस देवांगा। ठीक है, वाई जो कह रहा है कि मैं अपनी एक्सेप्टेंस देवांगा, मतलब हले उन्हें दिती नहीं है, मतलब वो ये कह रहा है मैं अपनी एक्सेप्टेंस, मतलब अपनी एक्सेप्टेंस देने वास्ते भी एक्सेप्टेंस दे रहे हैं। सो इस केस में भी इन्हों असीं एक्सेप्टेंस नहीं मनांगे। सिर्फ एक्सेप्टेंस को कम्युनीकेट करना कि लाइक वाई वालों क्या जाए कि हाँ जी मैं एक्सेप्टेंस दूँगा, ठीक है, मैं फ्यूचर में दूँगा, वो जो उन्होंने एक्सेप्टेंस नहीं मनिया जाएगा। एक्सेप्टेंस वो दवे ही, मतलब जो ऑफर किया गया वो रिगार्डिंग जो बारे डिस्कस करे, ना कि उन्होंने डिस्कस करूँगा वो बारे एक्सेप्टेंस दे। क्लीयर? सो आई होप बच्चे तुहानूं अज का लैक्चर जोड़ा वा रिगार्डिंग द एक्सेप्टेंस वेरी सिंपल पॉइंट्स ऑफर के भी इसी तरह असी लीगल रूल्स किए, हुण असी एक्सेप्टेंस के जोड़े डिस्कस किए हैं वो तुहानूं क्लीयर हो गए होंगे। सो नैक्सट लैक्चर भी जोड़ा वा असी नैक्सट अगो फर्दर जो टॉपिक जोड़ा वा डिस्कस करांगे। सो अगर किसी को क्वेरी होए यू कैन परसनली कॉन्टैक्ट मी। ओके बच्चे, थैंक यू।